ਤਾਂ ਅਸੀਂ ਲਾਈਵ ਸ਼ੁਰੂ ਕਰਨ ਜਾ ਰਹੇ ਹਾਂ। ਆਪਣੇ ਪੰਜਾਬ ਨਿਵਾਸੀਆਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਬਰਾੜੀ ਗਰਾਊਂਡ ਦੇ ਵਿੱਚ ਜਿੱਥੇ ਬਹੁਤ ਸਾਰਾ ਇਕੱਠ ਹੈ, ਬਹੁਤ ਵੱਡਾ ਇਕੱਠ ਇੱਥੇ ਕਿਉਂ ਇਸ ਲਈ ਨਹੀਂ ਹੋ ਸਕਿਆ ਕਿਉਂਕਿ ਬਰਾੜੀ ਦੇ ਵਿੱਚ ਇਹਨਾਂ ਨੇ 50 ਤੋਂ 70 ਕੁ ਟਰਾਲੀਆਂ ਜੋ ਪਹੁੰਚ ਸਕੀਆਂ ਸੀ। ਉਸ ਤੋਂ ਬਾਅਦ ਸਾਰੀਆਂ ਟਰਾਲੀਆਂ ਬਾਹਰ ਕਰਨਾਲ ਰੋਡ ਤੇ, ਰੋਹਤਕ ਰੋਡ ਤੇ ਔਰ ਸ਼ਹਿਰ ਤੋਂ ਬਾਹਰ ਖੜੀਆਂ ਹਨ ਔਰ ਦਿੱਲੀ ਦੀਆਂ ਸੜਕਾਂ ਤੇ ਖੜੀਆਂ ਹਨ। ਪਰ ਫਿਰ ਵੀ ਬਹੁਤ ਸਾਰੇ ਇੱਥੇ ਸਟੇਟਾਂ ਦੇ ਲੋਕ ਪਹੁੰਚੇ, ਮੱਧ ਪ੍ਰਦੇਸ਼, ਯੂਪੀ ਅਤੇ ਹੋਰ ਸਟੇਟਾਂ ਦੇ ਲੋਕ ਪਹੁੰਚੇ। ਸੋ ਉਸ ਸਮੇਂ ਅਸੀਂ ਜੋ ਇੰਟਰਵਿਊ ਕਰਾਂਗੇ, ਜੋ ਬਿਹਾਰ ਤੋਂ ਮਧੂਬਨੀ ਜ਼ਿਲ੍ਹੇ ਤੋਂ ਚਾਹ ਸਾਹਿਬ ਆਪਣੇ ਜਥਾ ਲੈ ਕੇ ਪਹੁੰਚੇ ਨੇ, ਜਿਨ੍ਹਾਂ ਦੀ ਅੱਜ ਬਹੁਤ ਸਾਰੀਆਂ ਇੰਟਰਵਿਊਆਂ ਹੋਈਆਂ, ਜਿਨ੍ਹਾਂ ਨੂੰ ਬਹੁਤ ਸਾਰੇ ਲੋਕਾਂ ਨੇ ਸੁਣਿਆ। ਸੋ ਇਸ ਸਮੇਂ ਤੇ ਅਸੀਂ ਉਹਨਾਂ ਨਾਲ ਤੁਹਾਨੂੰ ਰੂਬਰੂ ਕਰਾਵਾਂਗੇ। ਇਸ ਦੇ ਨਾਲ ਹੀ ਪੰਜਾਬ ਤੋਂ ਜੋ ਜਥਾ ਆਇਆ ਸੀ ਉਹਦੇ ਵਿੱਚ ਵੀ ਸਾਡੇ ਬਹੁਤ ਸਾਰੇ ਲੋਕ ਸਨ। ਤਾਂ ਇਸ ਕਰਕੇ ਇਸ ਸਮੇਂ ਮੈਂ ਤੁਹਾਨੂੰ, ਕਿਉਂਕਿ ਦਿੱਲੀ ਉਹ ਪੁਆਇੰਟ ਬਣ ਚੁੱਕਾ ਹੈ ਜਿੱਥੇ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਇਸ ਸਮੇਂ ਦੇ ਵਿੱਚ ਜਦੋਂ ਦਿੱਲੀ ਜਿੱਥੇ ਭਾਰਤ ਦੀ ਰਾਜਧਾਨੀ ਹੈ, ਪਰ ਉੱਥੇ ਇੱਕ ਅਜਿਹੇ ਸ਼ਾਸਕ ਬੈਠ ਗਏ ਹਨ, ਬਾਬਰ ਤੋਂ ਬਾਅਦ, ਨਾਦਰ ਸ਼ਾਹ ਤੋਂ ਬਾਅਦ, ਅਬਦਾਲੀ ਤੋਂ ਬਾਅਦ ਲੋਕ ਮਹਿਸੂਸ ਕਰ ਰਹੇ ਹਨ ਕਿ ਅਸੀਂ ਗਲਤ ਸ਼ਾਸਕ ਦੀ ਚੋਣ ਕੀਤੀ ਹੈ। ਸੋ ਇਸ ਸਮੇਂ ਤੇ ਵੱਖ-ਵੱਖ ਰੰਗਾਂ ਨਾਲ ਭਰਿਆ ਗਿਆ ਹੈ ਦਿੱਲੀ, ਜਿੱਥੇ ਪੰਜਾਬ ਤੋਂ ਹਜ਼ਾਰਾਂ ਲੋਕ ਤੁਰੇ, ਹਜ਼ਾਰਾਂ ਟਰਾਲੀਆਂ ਤੁਰੀਆਂ, ਤਾਂ ਉਹਨਾਂ ਲੋਕਾਂ ਨੇ ਰੰਗ ਲੈ ਕੇ ਇੱਥੇ ਪਹੁੰਚੇ ਨੇ। ਸੋ ਇਸ ਸਮੇਂ ਸਾਰੇ ਲੋਕਾਂ ਨੂੰ ਮੈਂ ਜੋੜਨਾ ਚਾਹੁੰਦਾ ਹਾਂ ਤਾਂ ਕਿ ਮੈਂ ਕੁਝ ਖਾਸ ਇੰਟਰਵਿਊਆਂ ਔਰ ਜੋ ਬਿਹਾਰ ਤੋਂ ਚਾਹ ਸਾਹਿਬ ਪਹੁੰਚੇ ਨੇ, ਜਿਨ੍ਹਾਂ ਨੇ ਬਹੁਤ ਸਾਰੀ ਵਧੀਆ ਜਾਣਕਾਰੀ ਸਾਨੂੰ ਦਿੱਤੀ। ਸੋ ਇਸ ਸਮੇਂ ਰੰਗ ਭਰਿਆ ਪਿਆ ਹੈ ਗਰਾਊਂਡ ਵਿੱਚ। ਪੂਰੇ ਹਿੰਦੁਸਤਾਨ ਤੋਂ ਪੱਤਰਕਾਰ ਪਹੁੰਚੇ ਹੋਏ ਨੇ, ਵੱਖ-ਵੱਖ ਤਰ੍ਹਾਂ ਦੇ ਲੋਕ ਪਹੁੰਚੇ ਹੋਏ ਨੇ ਔਰ ਮੋਦੀ ਸਰਕਾਰ ਤੋਂ ਤੰਗ, ਸੈਂਟਰ ਸਰਕਾਰ ਤੋਂ ਤੰਗ ਪਹੁੰਚੇ ਹੋਏ ਨੇ। ਤਾਂ ਇਸ ਕਰਕੇ ਗਰਾਊਂਡ ਵਿੱਚ ਫੋਗਿੰਗ ਕੀਤੀ ਜਾ ਰਹੀ ਹੈ ਸਰਕਾਰ ਵੱਲੋਂ। ਮੱਛਰ ਬਹੁਤ ਜ਼ਿਆਦਾ ਹੈ ਡੇਂਗੂ ਤੋਂ ਬਚਾਉਣ ਲਈ, ਔਰ ਇਸ ਕਰਕੇ ਗਰਾਊਂਡ ਬਹੁਤ ਸਾਫ਼ ਸਫਾਈ ਵਾਲਾ ਨਹੀਂ। ਦਿੱਲੀ ਸਰਕਾਰ ਨੇ ਜਿੱਥੇ ਇਹਨਾਂ ਕਿਸਾਨਾਂ ਨੂੰ ਤਾੜ ਦਿੱਤਾ ਹੋਇਆ ਹੈ, ਬਾਹਰ ਬੜੀ ਵੱਡੀ ਪੱਧਰ ਤੇ ਫੋਰਸ ਲਾ ਦਿੱਤੀ ਗਈ ਹੈ। 2 ਦਰਵਾਜ਼ੇ ਹਨ ਇਸ ਦੇ, ਜਲਿਆਂਵਾਲੇ ਬਾਗ ਵਾਂਗੂ ਹਾਲਾਤ ਬਣੇ ਹੋਏ ਹਨ। ਬਾਹਰ ਹਰ ਆਉਣ ਜਾਣ ਵਾਲੇ ਦੀ ਤਲਾਸ਼ੀ ਲਈ ਜਾ ਰਹੀ ਹੈ ਔਰ ਜਾਣ ਤੋਂ ਰੋਕਿਆ ਜਾ ਰਿਹਾ ਹੈ। ਜਾਣ ਸਮੇਂ ਝੰਡੇ ਡੰਡੇ ਖੋਹ ਲਏ ਜਾਂਦੇ ਹਨ। ਇਹ ਹਾਲਾਤ ਹਨ ਦਿੱਲੀ ਦੇ। ਔਰ ਸੜਕਾਂ ਤੇ ਕਿਸਾਨ ਥਾਂ ਤੇ ਉਸੇ ਤਰ੍ਹਾਂ, ਜਿਸ ਤਰ੍ਹਾਂ ਦ੍ਰਿਸ਼ ਕਈ ਵਾਰ ਅਸੀਂ ਕਬੀਲਿਆਂ ਦਾ ਦੇਖਦੇ ਹਾਂ, ਰੋਟੀਆਂ ਦਾ ਬਣਾਉਣ ਦਾ, ਉਸੇ ਤਰ੍ਹਾਂ ਦ੍ਰਿਸ਼ ਥਾਂ ਤੇ ਇੱਥੇ ਗਰਾਊਂਡ ਵਿੱਚ ਵੀ ਹੈ। ਆਪੋ ਆਪਣੇ ਤੰਬੂ ਤਾਣ ਕੇ ਲੋਕ ਬੈਠ ਗਏ ਹਨ। ਸੋ ਸਮੇਂ ਸਭ ਤੋਂ ਪਹਿਲਾਂ ਮੈਂ ਗੱਲ ਕਰਾਂਗਾ ਡਾਕਟਰ ਸਰਬਜੀਤ ਸਿੰਘ ਜੀ, ਜੋ ਪਿੰਡ ਮੋਲਾਂ ਤੋਂ ਜਾ ਕੇ ਬਣਵਾਲਾ ਫਾਈਲ ਕਰ ਰਹੇ ਹਨ। ਉਹ ਪਹਿਲੀਆਂ 50 ਟਰਾਲੀਆਂ ਜੋ ਇੱਥੇ ਲਿਆਂਦੀਆਂ ਗਈਆਂ ਹਨ, ਉਸ ਤੋਂ ਰੋਹਤਕ ਰੋਡ ਦੇ ਪਹਿਲੀਆਂ ਟਰਾਲੀਆਂ ਦੇ ਵਿੱਚ ਸਨ ਅਤੇ ਜ਼ਖਮੀ ਵੀ ਹੋਏ, ਜਿਨ੍ਹਾਂ ਦੀ ਥੋੜ੍ਹੀਆਂ ਜਿਹੀਆਂ ਸੱਟਾਂ ਵੀ ਲੱਗੀਆਂ। ਔਰ ਇਹ ਬੈਰੀਅਰ ਤੋੜਨ ਦੇ ਵਿੱਚ ਦੱਸਣਗੇ ਵੀ ਇਹਨਾਂ ਨੇ ਕਿੰਨੇ ਬੈਰੀਅਰ ਤੋੜੇ। ਡਾਕਟਰ ਸਰਬਜੀਤ ਸਿੰਘ ਵਾਣਵਾਲਾ ਜੋ ਇਸ ਸਮੇਂ ਫਾਜ਼ਿਲਕਾ ਪੰਜਾਬ ਕਿਸਾਨ ਸਭਾ ਦੀ ਅਗਵਾਈ ਕਰ ਰਹੇ ਹਨ। ਡਾਕਟਰ ਸਰਬਜੀਤ ਸਿੰਘ ਜੀ। ਮੈਂ ਡਾਕਟਰ ਸਰਬਜੀਤ ਸਿੰਘ ਚੱਕ ਵਾਣਵਾਲਾ, ਜ਼ਿਲ੍ਹਾ ਫਾਜ਼ਿਲਕਾ, ਪੰਜਾਬ ਤੋਂ ਅਸੀਂ ਚੱਲੇ। ਅਸੀਂ ਪਰਸੋਂ ਦਾ ਸਾਡਾ ਕਾਫਲਾ ਜਿਹੜਾ ਉਹ ਚੱਲਿਆ ਹੋਇਆ ਸੀ ਪੰਜਾਬ ਕਿਸਾਨ ਸਭਾ ਦੀ ਅਗਵਾਈ ਹੇਠ। ਤਾਂ ਅਸੀਂ ਹਰਿਆਣਾ ਦੇ ਵਿੱਚ ਜਦੋਂ ਹੀ ਇੰਟਰ ਕੀਤਾ, ਉਦੋਂ ਹੀ ਸਾਨੂੰ ਪਹਿਲੇ ਬੈਰੀਕੇਡ ਦਾ ਸਾਹਮਣਾ ਕਰਨਾ ਪਿਆ। ਤਾਂ ਉਹ ਅਸੀਂ ਆਸੂ ਗੈਸ ਦੇ ਕਿੰਨੇ ਕੁ ਗੋਲੇ ਚੱਲੇ? ਆਸੂ ਗੈਸ ਦੇ ਗੋਲੇ ਜਿਹੜੇ ਆ ਉਹ ਪਹਿਲੇ ਬੈਰੀਕੇਡ ਤੇ ਵੀ ਚੱਲ ਗਏ ਸੀ ਅਤੇ ਰਸਤੇ ਦੇ ਵਿੱਚ ਵੀ 3 ਵਾਰੀ ਸਾਨੂੰ ਇਸ ਚੀਜ਼ ਦਾ ਹੋਇਆ। ਤੇ ਔਰ ਦਿੱਲੀ ਵਾਲਾ ਜਿਹੜਾ ਬੈਰੀਕੇਡ ਸੀਗਾ ਉਹ ਤੋੜਦੇ ਸਮੇਂ ਸਾਡੀ 6 ਘੰਟੇ ਲੜਾਈ ਹੋਈ। ਉੱਥੇ ਹੀ ਮੇਰੇ ਆਸੂ ਗੈਸ ਦਾ ਗੋਲਾ ਜਿਹੜਾ ਆ ਉਹ ਮੇਰੇ ਇੱਥੇ ਨਾਲ ਲੱਗ ਗਿਆ। ਕੀ ਰਾਤ ਨੂੰ ਤੁਹਾਨੂੰ ਰੋਟੀ ਪਾਣੀ ਖਾਣ ਪੀਣ ਦਾ ਕੋਈ ਪ੍ਰਬੰਧ ਹੋਇਆ? ਰਸਤੇ ਦੇ ਵਿੱਚ ਤਾਂ ਕੋਈ ਪ੍ਰਬੰਧ ਨਹੀਂ। ਰਾਸ਼ਨ ਸਾਡਾ ਆਪਦਾ ਸੀ ਸਾਡੇ ਕੋਲੇ। ਕੀ ਖਾਣ ਦਾ ਟਾਈਮ ਮਿਲਿਆ ਤੁਹਾਨੂੰ? ਮਹੀਨੇ ਦਾ ਰਾਸ਼ਨ ਹੈ। ਨਹੀਂ, ਖਾਣ ਟਾਈਮ ਸਮਾਂ ਨਹੀਂ ਮਿਲਿਆ। ਅਸੀਂ ਰਸਤੇ ਛੋਲੇ ਖਾ ਕੇ, ਪਾਣੀ ਪੀ ਕੇ ਤੇ ਜਿਹੜਾ ਅਸੀਂ ਕੀ ਬੈਰੀਅਰ ਤੇ ਲੜਦੇ ਆਏ? ਅਸੀਂ ਲੜਦੇ ਆਏ। ਕਿੰਨੇ ਦਾ ਸਮਾਂ ਨਹੀਂ ਮਿਲਿਆ। ਜਦੋਂ ਰੁਕਦੇ ਸਾਂ, ਸਾਨੂੰ ਪੁਲਿਸ ਰੋਕਦੀ ਸੀ, ਉਦੋਂ ਹੀ ਰੁਕਦੇ ਸਾਂ। ਨਹੀਂ ਤਾਂ ਅਸੀਂ ਮੌਕੇ ਦਾ ਫਾਇਦਾ ਉਠਾ ਕੇ ਟਰੈਕਟਰ ਟਰਾਲੀਆਂ ਭਜਾ ਕੇ ਅਸੀਂ ਅੱਗੇ ਵਧ ਰਹੇ ਸਾਂ। ਤਾਂ ਤੁਸੀਂ ਬਿਹਾਰ ਤੋਂ, ਜਿਸ ਤਰ੍ਹਾਂ ਮੈਂ ਦੱਸਿਆ ਚਾਹ ਸਾਹਿਬ ਬਿਹਾਰ ਤੋਂ ਆਏ, ਮਧੂਬਨ ਜ਼ਿਲ੍ਹੇ ਤੋਂ, ਤਾਂ ਛੋਟਾ ਜਿਹਾ ਸੰਦੇਸ਼ ਛੇਤੀ ਜਿਹੜਾ ਅਸੀਂ ਕਿਸ ਤਰ੍ਹਾਂ ਦੇ ਸਕਦੇ ਹਾਂ? ਤੁਸੀਂ ਵੇਖਿਆ ਵੀ ਕਿਸ ਤਰ੍ਹਾਂ ਕਿਸਾਨਾਂ ਨੇ ਨੱਚਣਾ ਗਾਉਣਾ ਸ਼ੁਰੂ ਕਰ ਦਿੱਤਾ ਹੈ, ਡੀਜੇ ਲਾ ਰਿਹਾ ਹੈ, ਕਿਸ ਤਰ੍ਹਾਂ ਦਾ ਮਾਹੌਲ ਬਣਿਆ ਹੈ। ਕਿਸਾਨ ਫਿਰ ਵੀ ਖੁਸ਼, ਇਹਨਾਂ ਦੁਖੀ ਹੋਣ ਤੋਂ ਬਾਅਦ ਵੀ ਕਿਸਾਨ ਖੁਸ਼ੀ ਦੇ ਰੌਂ ਵਿੱਚ ਰਹਿੰਦਾ ਹੈ ਔਰ ਚੜ੍ਹਦੀ ਕਲਾ ਵਿੱਚ ਰਹਿੰਦਾ ਹੈ। किसान, पंजाब के किसान
संपूर्ण देश के किसानों का अगुवाई हमेशा से करते आ रहे हैं और आज भी कर रहे हैं। पंजाब के किसान बहादुरी के साथ लड़ते हुए इस मैदान में पहुंचे हैं। मैं भी यहाँ पहुंचा हुआ हूँ। बड़ा ही भी जो माहौल है, बहुत बढ़िया माहौल है। सब चारों ओर बिखरे पड़े हैं। आपको इतनी चारों दूर ओर से पुलिस घेराबंदी किए हुए है। एक ही गेट है जहाँ से लोग आते हैं। छावनी में तब्दील हो गया है। सब अपनी मांग को लेके दृढ़ता पूर्वक अंतिम क्षण तक अपनी मांग को मनवाने के लिए अंतिम क्षण तक संघर्ष के लिए तैयार होके यहाँ डटे हुए हैं। आपको इतनी दूर से क्यों आना पड़ा? हमें इसलिए आना पड़ा कि किसानों, मोदी सरकार जब से आई है, आजादी के बाद से भी किसानों मजदूरों को कोई फायदा आजादी से नहीं मिला। जनप्रतिनिधि लोग, सरकारी कर्मचारी और बड़े जो उद्योगपति हैं, सिर्फ इन्हीं लोगों को आजादी से फायदा मिला। किसान मजदूरों को कोई फायदा नहीं मिला। जब से, खास करके जब से मोदी जी आए हैं, ये देश को बेचने पर तुले हुए हैं। किसान मजदूरों को परेशान करने पर तुले हुए हैं। खेती बर्बाद हो रहा है, महंगाई बढ़ गई है, खाद बीज का दाम बढ़ गया है। जो रेट तय किया जो है, वो रेट पर ये अनाज खरीदना नहीं चाहते हैं। ये कहते हैं प्राइवेट के हाथ में बेचो। अगर हम प्राइवेट के हाथ में चले जाएंगे तो हम जो घाटे का, एक तो हमें मुनाफा नहीं होता, और अगर हम बेचेंगे तो हमको परेशान करके हमारा खेती चौपट हो जाएगा, हमारा सब कुछ बर्बाद हो जाएगा। और हमारा ही नहीं, पूरे देश का बर्बाद होगा। किसान का बर्बादी, देश का बर्बादी है, मानव का बर्बादी है। मोदी को सबक लेना चाहिए। किसानों की जो मांग है उस पर गंभीरता पूर्वक सोच के निर्णय लेना चाहिए। अगर ऐसा नहीं करता है तो मोदी ज्यादा दिनों तक नहीं रह पाएगा। बहुत सारे हस्तियां, बहुत सारे प्रधानमंत्री आए गए, मोदी किस खेत का मूली है? बिहार में आपके लोगों ने फिर इनकी सरकार, इनको ज्यादा वोटें कैसे डाल दी? बिहार में इन्होंने पैसा खर्च करके खरीदा, वोट खरीदा, नेताओं का भीड़ जमा कर लिया, लोगों में फूट डाला। और सबसे बड़ी बात यह है कि फिर भी बिहार की जनता इसके खिलाफ सशक्त विपक्ष दिया और इसको 10 सीट भी नहीं मिलता बीजेपी को। यदि विपक्ष में अच्छे नेता होते तो निश्चित तौर पर मोदी का हार होता, इसका नहीं बनता। क्योंकि वहाँ अच्छे नेता नहीं है, पारिवारिक बात से जुड़े हुए कुछ नेता है जिनका पारिवारिक पृष्ठभूमि बन रहा है, इसीलिए ये जीते, नहीं तो इनका पत्ता साफ हो जाता। आपकी आयु कितनी है? हमारी आयु 77 वर्ष है। 70 वर्ष में 77 आप पहले बहुत बोल रहे थे, 77 आप बोल रहे थे पहले भी, इससे पहले इतनी बुरी सरकार नहीं आई थी। क्या ये सच है? एकदम सच है। सरकार जो आती है देश का पूंजी बढ़ाती है और ये देश के पूंजी को और घटा रहा है। रेलवे को बेच रहा है, देश का पूंजी घट रहा है कि नहीं घट रहा है? कारखाने बंद हो रहे हैं, परेशानी दुनिया भर का हो चुका है। लोगों के पास में क्रय शक्ति नहीं है। क्रय शक्ति नहीं होने से मंदी का दौर होगा। अगर क्रय शक्ति आम जनता में नहीं होगी तो मंदी का दौर चलेगा। मंदी का दौर चलेगा, बेकारी बढ़ेगा। बेकारी बढ़ेगा तो देश में अशांति बढ़ेगा, लूट बढ़ेगा, आतंक बढ़ेगा, अराजकता बढ़ेगा। इसीलिए जरूरी है। क्या आपको लगता है भी आगे मोदी के खिलाफ एक लहर बनेगी? मोदी के खिलाफ लहर एकदम बहुत जल्दी बन रही है, जल्दी बन जाएगी। कहावत है कि कांच का घड़ा दोबारा, लकड़ी का घड़ा दोबारा अग्नि पर नहीं चढ़ता है, बर्तन
दोबारा अग्नि पर नहीं चढ़ता है। मोदी को लोगों ने जान लिया, ये बहुरूपिया है, ठग ठग के लोगों को वोट लिया, ये विभिन्न तरह का एक्टिंग करके तो इसलिए हमने लोगों को ठगा है। ये हम बता रहे थे कि जो यहाँ पर माहौल चल रहा है सभी लोग देख सकते हैं हम। तो उसमें हम सहयोग करने के लिए मेरे पंजाब दे लोग जान गए कि किस तरह इत्थे जिस तरह पहला तुसीं शहीन बाग का नाम सुनिया सी, उस तरह ही इत्थे पूरा मेला लग चुका है। तो साथी आपका नाम क्या है? खड़े हो जाओ। हाँ, आपका नाम क्या है? मेरा नाम रामबाबू सिंह चौहान। हाँ, ये आप कहाँ से हैं? मैं हाथरस यूपी से हूँ। महामहिम राष्ट्रपति जी वो- द्वारा कबीर पुरस्कार से सम्मानित हूँ। ओ, और राष्ट्रपति जरा सम्मानित हैं आप। राष्ट्रपति सम्मान प्राप्त हूँ मैं। भारत का पुरस्कार किस बात का मिला आपको? सोशल वर्क में मिला, राष्ट्रीय एकता सांप्रदायिक सद्भाव के लिए। तो आपके तो हाथरस में एक बहुत बड़ी घटना हुई है। वो एक सीबीआई इंक्वायरी चल रही है उसमें, और सीबीआई इंक्वायरी देश की सबसे बड़ी जांच एजेंसी है, और वहाँ के लोगों को पूरा भरोसा है कि सीबीआई हमारे साथ न्याय करेगी। नहीं, उसमें तो बहुत सारी प्रेस गई थी और मोदी सरकार ने वहाँ पर उनको जाने नहीं दिया। ये सच है? ये सच्चाई तो है, मीडिया का गला घोटा गया है, मानव अधिकारों का घोर हनन हुआ है, मैं ये मान के चल रहा हूँ। लेकिन मैं उस समय दौरे पे था और किसानों की लड़ाई लड़ रहा था। लेकिन वहाँ गांव में भी गया, उसके लड़की के भाई से बात की, उसके पिता से बात की, और वहाँ पे नज़ाकत देखी। लेकिन वो सारा मामला सीबीआई के अंडर में है, और सीबीआई। अब आप यहाँ किस लिए आए हैं? मैं किसानों का नेता हूँ और भारतीय किसान यूनियन का नेशनल सेक्रेटरी हूँ। ये पंजाब सरकार की 30 जथेबंदी थी, अब 500 हो गई। आपको कैसे लगा कि सचमुच ही मोदी सरकार किसानों के लिए अच्छा कर रही है या बुरा कर रही है? मोदी सरकार ने जो निर्णय लिया है 3 विधेयकों का कोरोना काल में गुपचुप तरीके से, और क्योंकि भारत का किसान इसका विरोध नहीं कर सके, इन कानूनों से देश के किसानों की जमीन पे पूंजीपतियों का कब्जा होगा, और हमारा जो खाद्यान्न का जो भंडारण है उसे विदेशी लोग खरीद लेंगे। इससे देश में भुखमरी, आतंकवाद, आंतरिक सुरक्षा पर को आपके खतरा तो पैदा होगा। यूपी में जो योगी सरकार है वो बोल रही हम अच्छा कर रहे हैं और नया कानून ला रहे हैं। वो तो लड़के लड़कियों को ब्याह करने से भी एक नया कानून ला रहे हैं जिसको लव जिहाद बोलते हैं। क्या लोग उसका इतना समर्थन कर रहे हैं? नहीं, योगी जी सरकार जो भी कर रही है, वो जो भी निर्णय है उसके कुछ कष्टकारी भी हैं और कुछ लाभकारी भी हैं। लेकिन सरकार के जो निर्णय हैं वो उसकी समीक्षा होनी चाहिए कि हमें कौन से कष्टकारी निर्णय हैं। माननीय योगी जी को मैं स्वयं जानता हूं और उनसे कई बार व्यक्तिगत मिल चुका हूं, और मैं स्वयं जब व्यक्तिगत मिला 5-5, 10-10 मिनट मेरी वार्ता हुई। मेरा एक लेटर का जो VIP जवाब आना चाहिए कि आदमी व्यक्तिगत मिला है मुख्यमंत्री से, उसका आज तक मुझे रेस्पॉन्स नहीं मिला। तो मैं कैसे समझूं कि योगी जी सही काम कर रहे हैं? अच्छा, लोगों को उत्तर नहीं देते वो? मिलना चाहिए। आप मुख्यमंत्री का व्यक्तिगत जो भी मुलाकात होती है उस पर मुख्यमंत्री को रेस्पॉन्स देना चाहिए। आज तक मेरे अनुभव की बात बता रहा हूँ, मैं 1992 से किसान संगठन में काम कर रहा हूँ। तमाम IAS IPS अधिकारियों में बैठा हूँ, तमाम मंत्रियों में बैठा हूँ, मुख्यमंत्रियों में भी बैठा हूँ, मुख्यमंत्री के संग बैठ के मैंने खाना खाया है। तो मुझे स्पष्ट ये स्थिति, ये राजनाथ सिंह की मैंने स्थिति देखी। राजनाथ सिंह वास्तव में उस समय मुख्यमंत्री थे, जो कहते थे वो करते थे। आज योगी जी उस चीज पे अमल नहीं कर रहे हैं, और आने वाला समय योगी जी के लिए बहुत खतरों से खाली नहीं है, और बीजेपी यूपी से खत्म हो जाएगी, ऐसी स्थिति। तो आपने ये बताया, ये जो हाथरस से हैं, तो इन्होंने ये बताया कि यूपी में जो योगी सरकार है हम उसके खिलाफ हैं। तो इसलिए अभी हम बताएंगे कि हम यहाँ पर जो माहौल है, दिल्ली के बहुत से लोग हम देखने आए हैं। तो मैं इसनू पंजाबी विच दसांगा कि बहुत सारे लोग दिल्ली ते इसदे नाल दे इलाकिਆਂ ਤੋਂ इस ग्राउंड ਦੇ ਵਿੱਚ ਦੇਖਣ ਲਈ ਆਏ ਹਨ कि किस तरह किसान चल के आए हैं
ਔਰ ਕਿਸਾਨਾਂ ਦੇ ਜਥੇ ਜੋ ਇੱਥੇ ਪਹੁੰਚੇ ਹੋਏ ਹਨ। ਬੇਸ਼ੱਕ ਹਜ਼ਾਰਾਂ ਕਿਸਾਨਾਂ ਨੂੰ ਪਿੱਛੇ ਰੋਕ ਲਿਆ ਗਿਆ ਹੈ, ਪਰ ਬਹੁਤ ਸਾਰੇ ਕਿਸਾਨ ਇਸ ਸਮੇਂ ਇੱਥੇ ਇਕੱਠੇ ਹਨ ਔਰ ਪੂਰਾ ਰੰਗ ਭਰਿਆ ਹੋਇਆ ਹੈ, ਪੂਰਾ ਜੋਸ਼ ਭਰਿਆ ਹੋਇਆ ਹੈ, ਨੌਜਵਾਨਾਂ 'ਚ ਪੂਰਾ ਜੋਸ਼ ਭਰਿਆ ਹੋਇਆ ਹੈ। ਵੱਖ-ਵੱਖ ਤਰ੍ਹਾਂ ਦੇ ਲੋਕ, ਜ਼ਿਆਦਾਤਰ ਨੌਜਵਾਨ ਰੰਗਾਂ ਦੇ ਝੰਡੇ ਲੈ ਕੇ ਬਰਾੜੀ ਮੈਦਾਨ ਦੇ ਵਿੱਚ ਪਹੁੰਚੇ ਹਨ। ਦਿੱਲੀ ਦੇ ਲੋਕ, ਦਿੱਲੀ ਦੇ ਵੱਖ-ਵੱਖ ਹਲਕਿਆਂ ਤੋਂ ਲੋਕ, ਯੂਪੀ ਔਰ ਖਾਸ ਕਰਕੇ ਬਹੁਤ ਸਾਰੀ ਪ੍ਰੈਸ, ਬੇਸ਼ੱਕ ਨੈਸ਼ਨਲ ਮੀਡੀਆ ਇਸ ਨੂੰ ਨਹੀਂ ਵਿਖਾ ਰਿਹਾ, ਪਰ ਉਸ ਤੋਂ ਇਲਾਵਾ ਜੋ ਜਿੰਨੇ ਵੀ ਛੋਟੇ ਚੈਨਲ ਹਨ, ਸੋਸ਼ਲ ਮੀਡੀਆ ਦੇ ਚੈਨਲ ਹਨ, ਅਤੇ ਉਸੇ ਤਰ੍ਹਾਂ ਨਾਲ ਦੀ ਨਾਲ ਇੱਥੇ ਬਹੁਤ ਸਾਰੇ ਪ੍ਰਬੰਧ ਜਿੱਥੇ ਕਿਸਾਨਾਂ ਵੱਲੋਂ ਆਪ ਵੱਲੋਂ ਕੀਤੇ ਗਏ ਸੀ। ਇੱਥੇ ਇੱਕੋ ਪਾਰਟੀ ਨੂੰ ਛੱਡ ਕੇ ਭਾਰਤੀ ਜਨਤਾ ਪਾਰਟੀ ਤੋਂ ਬਿਨਾਂ ਬਾਕੀ ਸਾਰੀਆਂ, ਬੇਸ਼ੱਕ ਆਪ ਦੀ ਸਰਕਾਰ ਹੈ, ਉਹਨਾਂ ਵੱਲੋਂ ਲੰਗਰ ਦਾ ਪ੍ਰਬੰਧ ਕੀਤਾ ਗਿਆ ਹੈ। ਨਾਲ ਦੀ ਨਾਲ ਸ਼੍ਰੋਮਣੀ ਪ੍ਰਬੰਧਕ ਕਮੇਟੀ ਵੱਲੋਂ, ਦਿੱਲੀ ਵੱਲੋਂ ਲੰਗਰ ਦਾ ਪ੍ਰਬੰਧ ਕੀਤਾ ਗਿਆ ਹੈ ਔਰ ਪਾਣੀ ਔਰ ਚਾਹ ਦਾ ਪ੍ਰਬੰਧ ਕਾਂਗਰਸ ਪਾਰਟੀ ਵੱਲੋਂ ਕੀਤਾ ਗਿਆ ਹੈ। ਸਾਰੀਆਂ ਜਿਹੜੀਆਂ ਇੱਥੋਂ ਦੀਆਂ ਸਮਾਜ ਸੇਵੀ ਸੰਸਥਾਵਾਂ ਔਰ ਇੱਥੋਂ ਦੀਆਂ ਕੁਝ ਅੱਡੋ-ਅੱਡ ਸਵੈ ਸੇਵੀ ਸੰਸਥਾਵਾਂ ਵੱਲੋਂ ਦਵਾਈ, ਪਾਣੀ, ਕੇਲੇ ਅਤੇ ਬਹੁਤ ਕੁਝ ਵੰਡਿਆ ਜਾ ਰਿਹਾ ਹੈ ਤਾਂ ਕਿ ਲੋਕਾਂ ਨੂੰ ਪੂਰੀ ਸਹੂਲਤ ਰਵੇ। ਤਾਂ ਇਸ ਕਰਕੇ ਅੱਜ ਦੇ ਇਹ ਸਮਾਂ ਇੱਕ ਮੇਲੇ ਵਰਗਾ ਉਸ ਤਰ੍ਹਾਂ ਦਾ ਬਣ ਗਿਆ ਹੈ। ਵੇਖੋ ਕਿਸ ਤਰ੍ਹਾਂ ਇਹ ਦਵਾਈਆਂ, ਪਾਣੀ ਔਰ ਪ੍ਰੈਸ ਔਰ ਮੀਡੀਆ ਹਰ ਥਾਂ ਤੋਂ ਇੱਥੇ ਪਹੁੰਚਿਆ ਹੋਇਆ ਹੈ ਔਰ ਇੱਥੋਂ ਦੀਆਂ ਸੰਸਥਾਵਾਂ ਵੱਖ-ਵੱਖ ਤਰ੍ਹਾਂ ਦੀਆਂ ਚੀਜ਼ਾਂ ਲੈ ਕੇ ਤਾਂ ਕਿ ਲੋਕਾਂ ਨੂੰ ਕੋਈ ਤੰਗੀ ਨਾ ਆਵੇ। ਬੇਸ਼ੱਕ ਇੱਥੇ ਤੜਕੇ ਥੋੜ੍ਹੇ ਟਰੈਕਟਰਾਂ ਨੂੰ ਰੋਕ ਦਿੱਤਾ ਗਿਆ ਸੀ, ਬਾਅਦ ਦੇ ਵਿੱਚ ਟਰੈਕਟਰ ਰੋਕ ਦਿੱਤਾ ਗਿਆ, ਪਰ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇੱਥੇ ਪੂਰਾ ਪ੍ਰਬੰਧ ਹੋਵੇ। ਔਰ ਲਾਈਟਾਂ ਜੋ ਕੱਲ੍ਹ ਇੱਥੇ ਜਦ ਕਿਸਾਨ ਆਏ ਸਨ, ਜਦ ਅਸੀਂ ਸਭ ਪਹੁੰਚੇ ਸਾਂ ਤਾਂ ਲਾਈਟਾਂ ਨਹੀਂ ਸੀ। ਅੱਜ ਸਰਕਾਰ ਵੱਲੋਂ ਕੁਝ ਲਾਈਟਾਂ ਦਾ ਪ੍ਰਬੰਧ ਕੀਤਾ ਗਿਆ ਹੈ, ਕੁਝ ਮੱਛਰ ਤੋਂ ਬਚਾਓ ਲਈ ਕੀਤਾ ਗਿਆ ਹੈ। ਪਰ ਦਿੱਲੀ ਪੁਲਿਸ ਦਾ ਜੋ ਸੈਂਟਰ ਦੇ ਅੰਡਰ ਹੈ, ਜੋ ਦਿੱਲੀ ਸਰਕਾਰ ਦੇ ਅੰਡਰ ਨਹੀਂ ਹੈ, ਦਿੱਲੀ ਪੁਲਿਸ ਦਾ ਵਿਹਾਰ ਇੱਥੇ ਵੀ ਬਹੁਤ ਮਾੜਾ ਹੈ। ਉਹਨਾਂ ਵੱਲੋਂ ਅੰਦਰ ਬਾਹਰ ਆਉਣ ਜਾਣ 'ਤੇ ਤਲਾਸ਼ੀ ਲਈ ਜਾਂਦੀ ਹੈ, ਰਾਸ਼ਨ ਵਾਲਿਆਂ ਨੂੰ ਮੋੜਿਆ ਜਾਂਦਾ ਹੈ, ਇੱਥੋਂ ਤੱਕ ਕਾਰਾਂ ਦੀਆਂ ਤਾਕੀਆਂ ਖੋਲ੍ਹ ਕੇ ਕਿਸਾਨਾਂ ਦਾ ਸਮਾਨ ਕੱਢ ਲਿਆ ਜਾਂਦਾ ਹੈ। ਹਰੇ ਪਰਨੇ ਜਾਂ ਉਹਨਾਂ ਦੇ ਬੈਜ ਜਾਂ ਬੈਨਰ ਲਾ ਲਏ ਜਾਂਦੇ ਹਨ। ਪਰ ਦਿੱਲੀ ਦੇ ਲੋਕ ਪੂਰਾ ਸਹਿਯੋਗ ਕਰ ਰਹੇ ਹਨ। ਵੱਖ-ਵੱਖ ਤਰ੍ਹਾਂ ਦੇ ਲੋਕ ਇਸ ਤਰ੍ਹਾਂ ਆ ਰਹੇ ਹਨ। ਤਾਂ ਜਿਸ ਤਰ੍ਹਾਂ ਇਹ ਭਾਈ ਸਾਹਿਬ ਜੀ ਬ੍ਰੈਡ ਵੰਡ ਰਹੇ ਹਨ। ਆਪਣੀ ਸੰਸਥਾ ਦਾ ਨਾਮ ਕੀ ਹੈ ਜੀ? ਭਾਈ ਆਪਾਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਤੋਂ ਆਏ ਹਾਂ ਜੀ। ਸ਼੍ਰੋਮਣੀ ਅਕਾਲੀ ਦਲ ਦਿੱਲੀ ਤੋਂ ਬ੍ਰੈਡ ਦੀ ਸੇਵਾ ਕਰ ਰਹੇ ਹਨ। ਜਲਦੀ ਔਰ ਬ੍ਰੈਡ ਦੀ ਸੇਵਾ। ਬਹੁਤ-ਬਹੁਤ ਧੰਨਵਾਦ ਜੀ, ਤੁਸੀਂ ਪੰਜਾਬੀਆਂ ਲਈ ਇੱਥੇ ਆਏ ਹੋ। ਇਸ ਕਰਕੇ ਵੱਖ-ਵੱਖ ਜਥੇਬੰਦੀਆਂ ਦੇ ਨੌਜਵਾਨ ਇੱਥੇ ਸੇਵਾ ਕਰ ਰਹੇ ਹਨ। ਸੋ ਇਸ ਸਮੇਂ ਤੇ ਕਿਸਾਨਾਂ ਨੇ, ਜ਼ਿਆਦਾਤਰ ਕਿਸਾਨਾਂ ਨੇ ਜਿਨ੍ਹਾਂ ਨੇ ਆਪਣਾ ਖਾਣਾ ਆਪ ਬਣਾਉਣਾ ਸੀ, ਉਹਨਾਂ ਨੇ ਖਾਣਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਸੋ ਉਹਨਾਂ ਦਾ ਦ੍ਰਿਸ਼ ਮੈਂ ਦਿਖਾਵਾਂਗਾ ਕਿ ਜਿੰਨੀਆਂ ਟਰਾਲੀਆਂ ਇੱਥੇ ਸਨ, ਉਸ ਤੋਂ ਇਲਾਵਾ ਬਿਹਾਰ ਤੋਂ ਔਰ ਯੂਪੀ ਤੋਂ ਕਿਸਾਨ ਪਹੁੰਚੇ ਨੇ, ਕੁਛ ਉੱਤਰਾਖੰਡ ਤੋਂ ਵੀ ਨੇ ਔਰ ਦਿੱਲੀ ਦੇ ਨੇੜਲੇ ਪਿੰਡਾਂ ਦੇ ਵੀ ਕੁਝ ਕਿਸਾਨ ਇੱਥੇ ਪਹੁੰਚੇ ਨੇ ਜੋ ਇਹ ਪ੍ਰਬੰਧ ਕਰ ਰਹੇ ਹਨ। ਕਿਤੇ ਨਾ ਕਿਤੇ ਟੈਂਟ ਕੀ ਠੰਡ ਹੋਣ ਕਰਕੇ ਔਰ ਮੱਛਰ ਹੋਣ ਕਰਕੇ ਉਸ ਤੋਂ ਬਚਾਓ ਕੀਤਾ ਜਾ ਸਕੇ, ਤਾਂ ਇਸ ਕਰਕੇ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਕਿ ਮੈਂ ਸਾਰਾ ਕੁਛ ਲਈ ਕਰ ਰਿਹਾ ਹਾਂ ਕਿ ਸਾਡੇ ਆਪਣੇ ਇਲਾਕੇ ਨੂੰ, ਉਸ ਇਲਾਕੇ ਨੂੰ ਮੁਕਤਸਰ ਤੋਂ ਜਿੱਥੇ ਮੈਂ ਸੁਬਾਹ ਵਿਖਾਏ ਸੀ ਟਰੈਕਟਰ ਦਾ, ਕੁਛ ਪਿੰਡਾਂ ਤੋਂ ਆਏ ਹਨ, ਪਰ ਫਿਰ ਵੀ ਕਈ ਵਾਰ ਇੰਨੀ ਦੂਰ ਸਾਰੀ ਲੋਕ ਨਹੀਂ ਆ ਪਾਉਂਦੇ ਕਿਉਂਕਿ ਇਹ ਜਿਹੜੀਆਂ ਇੱਥੇ 50 ਟਰਾਲੀਆਂ ਪਹਿਲਾਂ ਪਹੁੰਚੀਆਂ ਹਨ, ਇਹ ਉਹ ਟਰਾਲੀਆਂ ਨੇ ਜ਼ਿਆਦਾਤਰ ਜਿਹੜੀਆਂ ਅਸਾਰ ਔਰ ਸਰਸਾ ਵਾਲੀ ਸਾਈਡ ਤੋਂ ਆਈਆਂ ਸਨ, ਤੇ ਉਹ ਟਰਾਲੀਆਂ ਜਿਹੜੀਆਂ ਸਭ ਤੋਂ ਅੱਗੇ ਸਨ। ਦਿੱਲੀ ਪੁਲਿਸ ਨੇ ਪਛਲਾ ਕੇ ਇਹਨਾਂ 50 ਟਰਾਲੀਆਂ ਨੂੰ ਇਸ ਥਾਂ ਤੇ ਲੈ ਆਂਦਾ। ਹੁਣ ਇਹ ਲਗਭਗ ਇਸ ਨੂੰ ਕੈਦ ਤਾਂ ਨਹੀਂ ਕਹਿ ਸਕਦੇ, ਪਰ ਕੈਦ ਵਰਗੀ ਸਥਿਤੀ ਜ਼ਰੂਰ ਹੈ। ਤਾਂ ਉਸੇ ਤਰ੍ਹਾਂ ਇਹਨਾਂ ਨੂੰ ਟਰਾਲੀਆਂ ਨੂੰ ਬਾਹਰ ਜਾਣ ਦੀ ਇਜਾਜ਼ਤ ਨਹੀਂ। ਤਾਂ ਇਹ ਸਾਡੇ ਕਿਸਾਨ ਜੋ ਆਪਣੀ ਸਬਜ਼ੀ ਬਣਾਉਣ ਦੀ ਤਿਆਰੀ ਕਰ ਰਹੇ ਹਨ ਔਰ ਇਹਨਾਂ ਨੇ ਆਪਣੀ ਜੋ ਭੱਠੀ ਤਾਉਣੀ ਸ਼ੁਰੂ ਕਰ ਦਿੱਤੀ ਹੈ, ਜਿਸ ਦੇ ਵਿੱਚ ਇਹ ਰੋਟੀਆਂ ਵੀ ਆਪ ਪਕਾਉਣਗੇ। ਕਿਸਾਨਾਂ ਦਾ ਭਾਰੀ ਉਤਸ਼ਾਹ ਹੋਣ ਕਰਕੇ ਤਾਂ ਇੱਕ ਵਿਲੱਖਣ ਕਿਸਮ ਦਾ ਜੋ ਸਾਨੂੰ ਵੇਖਣ ਨੂੰ ਮਿਲ ਰਿਹਾ ਹੈ। ਤਾਂ ਇਸ ਤਰ੍ਹਾਂ ਦਾ ਪਹਿਲਾਂ ਕਦੇ ਨਹੀਂ ਸੀ ਵੇਖਿਆ ਕਿ ਸਾਰੀ ਦੁਨੀਆ ਦੇ ਲੋਕ ਜਾਣ ਸਕਣ ਵੀ ਇਸ ਤਰ੍ਹਾਂ ਵੀ ਲਹਿਰਾਂ ਚੱਲਦੀਆਂ ਨੇ। ਤਾਂ ਇਸ ਕਰਕੇ ਅੱਜ ਇੱਥੇ ਬੇਸ਼ੱਕ ਮੋਦੀ ਸਰਕਾਰ ਸਮਝ ਰਹੀ ਸੀ ਕਿ ਅਸੀਂ ਬਹੁਤ ਕੁਝ ਕਰ ਰਹੇ ਹਾਂ, ਅਸੀਂ ਕਿਸਾਨਾਂ ਲਈ ਚੰਗਾ ਕਰ ਰਹੇ ਹਾਂ,
ਪਰ ਕਿਸਾਨਾਂ ਨੇ ਇਹ ਕਦੇ ਨਹੀਂ ਸੋਚਿਆ। ਤਾਂ ਇਸੇ ਕਰਕੇ ਆ ਇੱਕ ਇੰਟਰਵਿਊ ਚੱਲ ਰਹੀ ਹੈ। ਜੋ ਸਾਡੇ ਬਾਰਡਰਾਂ ਤੇ ਕਿਸਾਨ ਬੈਠੇ ਹੈ ਉਹਨਾਂ ਨੇ ਬਾਰਡਰਾਂ ਤੇ ਕਰੀਆਂ ਸਾਡਾ ਫੈਸਲਾ ਹੋ ਗਿਆ ਕਿ ਬਾਰਡਰ ਵੀ ਅਸੀਂ ਸੀਲ ਰੱਖਾਂਗੇ ਤਾਂ ਜੋ ਜਲਦੀ ਸਾਡਾ ਜਿਹੜਾ ਫੈਸਲਾ ਹੈ ਜੋ ਹੈ ਕਿਸਾਨ ਮਾਰੂ ਆਰਡੀਨੈਂਸ ਰੱਦ ਕਰਾ ਕੇ ਅਸੀਂ ਆਪਣੀ ਜਿੱਤ ਵੱਲ ਕਰ ਸਕੀਏ। मतलब कुछ किसान ਇੱਥੇ ਆਣਗੇ ਤੇ ਕੁਝ ਕਿਸਾਨ ਬਾਰਡਰਾਂ ਤੇ ਬੈਠੇ ਰਹਿਣਗੇ, ਇਹ ਰਣਨੀਤੀ ਹੈ ਤੁਹਾਡੀ? ਰਣਨੀਤੀ ਹੁਣ ਪੱਕੀ ਬਣ ਗਈ। ਜੋ ਹੁਣ ਬਾਰਡਰਾਂ ਤੇ ਬੈਠੇ ਆ ਸਾਡੇ ਉਹ ਬਾਰਡਰਾਂ ਤੇ ਬੈਠਣਗੇ, ਬਾਰਡਰ ਸੀਲ ਕਰਨਗੇ ਸਾਰੇ। ਜੋ ਕਿਸਾਨ ਇੱਥੇ ਸਾਡੇ ਸ਼ਹਿਰ ਦੇ ਵਿੱਚ ਦਿੱਲੀ ਸ਼ਹਿਰ ਦੇ ਵਿੱਚ ਕਾਫੀ ਰੋਕਾਂ ਲਾਈਆਂ ਹੋਈਆਂ ਉੱਥੇ ਬੈਠੇ ਆ। ਜੋ ਕਿਸਾਨ ਇੱਥੇ ਅਸੀਂ ਇੱਥੇ ਆਪਦਾ ਪ੍ਰਦਰਸ਼ਨ ਜਿਹੜਾ ਹੈਗਾ ਬਸ ਇੱਥੇ ਕਰਦੇ ਹਾਂ। ਤਕਰੀਬਨ ਕਿੰਨੇ ਕਿਸਾਨ ਤੁਹਾਡੇ ਨਾਲ ਜਾਂ ਕਿੰਨੇ ਟਰੈਕਟਰ ਤੁਸੀਂ ਲੈ ਕੇ ਚੱਲੇ ਹੋ? ਇਹ ਨਹੀਂ ਗਿਣਤੀ ਨਹੀਂ ਕੀਤੀ ਜਾ ਨਹੀਂ, ਸਕਦੀ। ਜਿਹੜੇ ਇਸ ਇੱਥੇ ਤੁਸੀਂ ਇਹ ਤੁਹਾਡੇ ਸਾਹਮਣੇ ਹੈਗੀ, ਇੱਥੇ ਕਿੰਨਾ ਵੀ 100 ਟਰੈਕਟਰ ਜਾਂ ਕਿੰਨਾ ਟਰੈਕਟਰ ਜਿੰਨਾ ਟਰੈਕਟਰ ਖੜ੍ਹੇ ਤੁਹਾਡੇ ਸਾਹਮਣੇ ਹੈਗੇ। ਗਿਣਤੀ ਤੋਂ ਬਾਹਰ ਹੁੰਦੀਆਂ ਇਹ ਚੀਜ਼ਾਂ ਕਿਉਂਕਿ ਜਿਹੜਾ ਐਡੇ ਵੱਡਾ ਜੋ ਵਿਸ਼ਾਲ ਦਾ ਲੋਕ ਆਉਂਦੇ ਆ ਉਹਨਾਂ ਦੀਆਂ ਗਿਣਤੀਆਂ ਨਹੀਂ ਕੀਤੀਆਂ ਜਾ ਸਕਦੀਆਂ, ਉਹ ਲੱਖਾਂ ਦੀ ਗਿਣਤੀ। ਜਿੱਦਾਂ ਕਿ ਕੇਂਦਰੀ ਖੇਤੀਬਾੜੀ ਮੰਤਰੀ ਨੇ ਅੱਜ ਵੀ ਸਿਰਫ ਅਪੀਲ ਕੀਤੀ ਹੈ ਕਿ ਵੀ ਤੁਸੀਂ ਆਪਣਾ ਅੰਦੋਲਨ ਵਾਪਸ ਲੈ ਲਓ। ਉਹਨਾਂ ਨੇ ਗੱਲਬਾਤ ਜਿਹੜੀ 3 ਦਸੰਬਰ ਨੂੰ ਨਿਸ਼ਚਿਤ ਹੋਈ ਹੈ ਉਸ 'ਚ ਕੋਈ ਫੇਰ ਬਦਲ ਨਹੀਂ ਕੀਤਾ। ਉਹਨਾਂ ਨੇ ਇਹੀ ਕਿਹਾ ਕਿ 3 ਦਸੰਬਰ ਨੂੰ ਹੀ ਹੋਏਗੀ, ਇਸ ਤੋਂ ਪਹਿਲਾਂ ਕੋਈ ਗੱਲਬਾਤ ਦਾ ਸਾਡਾ ਕੰਮ ਹੈ, ਜਥੇਬੰਦੀਆਂ ਦਾ ਕੰਮ ਹੈ, ਸਾਰੇ ਦੇਸ਼ ਦੀਆਂ ਜਥੇਬੰਦੀਆਂ ਨੇ ਇਕੱਠੇ ਹੋ ਕੇ ਸਾਡਾ ਕੰਮ ਹੈ ਸੰਘਰਸ਼ ਕਰਨਾ। ਅਸੀਂ ਆਪਣਾ ਸੰਘਰਸ਼ ਉਸ ਦਿਨ ਤੱਕ ਜਾਰੀ ਰੱਖਾਂਗੇ ਜਦ ਤੱਕ ਸਰਕਾਰ ਗੱਲ ਸੁਣ ਕੇ ਸਾਡੇ ਜੋ ਆਰਡੀਨੈਂਸ ਹੈ ਖੇਤੀ ਵਿਰੋਧੀ ਹੈ ਉਹ ਰੱਦ ਨਹੀਂ ਹੋ ਜਾਂਦੇ। ਸਾਡਾ ਸੰਘਰਸ਼ ਰਹਿਣਾ ਹੈ। ਸਰਕਾਰ ਕੀ ਕਰਦੀ ਹੈ ਜਦ ਇਹਦਾ ਦਿਲ ਕਰੇਗਾ ਸਰਕਾਰ ਕਰ ਲੇਗੀ, ਕਿਉਂਕਿ ਸੰਘਰਸ਼ ਸਾਡਾ ਬੰਦ ਨਹੀਂ ਹੋਣਾ। ਪਹਿਲਾ ਸੰਘਰਸ਼ ਚੱਕਿਆ ਨਹੀਂ ਜਾ ਸਕਦਾ ਜਦ ਸਾਡਾ ਸਾਰੇ ਆਰਡੀਨੈਂਸ ਰੱਦ ਹੋ ਕੇ ਔਰ ਫਿਰ ਫੈਸਲਾ ਕਰਕੇ ਜਿਹੜਾ ਹੈਗਾ ਫਿਰ ਸਾਡੀ ਵਾਪਸੀ ਹੋਵੇਗੀ। ਇੱਕ ਬਿਆਨ ਆਇਆ ਅੱਜ ਹਰਿਆਣਾ ਦੇ ਮੁੱਖ ਮੰਤਰੀ ਖੱਟਰ ਸਾਹਿਬ ਦਾ, ਉਹ ਕਹਿੰਦੇ ਆ ਕਿ ਇਹ ਸਿਰਫ ਪੰਜਾਬ ਦੇ ਕਿਸਾਨਾਂ ਦਾ ਹੀ। ਤਾਂ ਇਸ ਤਰ੍ਹਾਂ ਕਿਸਾਨ ਆਗੂਆਂ ਦੀ ਇੰਟਰਵਿਊ ਵੱਖ-ਵੱਖ ਤਰ੍ਹਾਂ ਦੇ ਚੱਲ ਰਿਹਾ ਔਰ ਬਹੁਤ ਵੱਡੇ ਪੱਧਰ ਤੇ ਇੱਥੇ ਪ੍ਰੈਸ ਆਈ ਹੋਈ ਹੈ ਔਰ ਉਸ ਵੱਲੋਂ ਇਹ ਕਵਰੇਜ ਕੀਤੀ ਜਾ ਰਹੀ ਹੈ। ਤਾਂ ਇਸ ਕਰਕੇ ਮੀਡੀਆ ਦੇ ਵੱਖ-ਵੱਖ ਲੋਕ ਕੋਸ਼ਿਸ਼ ਕਰ ਰਹੇ ਹਨ, ਜਿਸ ਤਰ੍ਹਾਂ ਸਾਡੇ ਮੀਡੀਆ ਦੇ ਲੋਕ ਕੈਮਰੇ ਲੈ ਕੇ ਔਰ ਇਹ ਸਾਰੇ ਦੇਸ਼ ਨੂੰ ਦੱਸ ਰਹੇ ਹਨ ਵੀ ਕਿਸ ਤਰ੍ਹਾਂ ਇਸ ਲਹਿਰ ਦਾ ਅਸਰ ਕੀ ਅਸਰ ਪੈ ਰਿਹਾ ਹੈ ਔਰ ਖਾਸ ਕਰਕੇ ਦਿੱਲੀ ਦੇ ਵਿੱਚ ਇਸ ਦਾ ਬਹੁਤ ਵੱਡਾ ਅਸਰ ਪਿਆ ਹੈ। ਔਰ ਇਸ ਕਰਕੇ ਅਸੀਂ ਇਹ ਜਾਣਨਾ ਚਾਹੁੰਦੇ ਹਾਂ ਕਿਉਂਕਿ ਇੱਥੋਂ ਦੇ ਜੋ ਲੋਕ ਬਰਾੜੀ ਦੇ ਵਿੱਚ ਆ ਗਏ ਹਨ ਉਹਨਾਂ ਨੂੰ ਬਹੁਤੀ ਜਾਣਕਾਰੀ ਬਾਹਰ ਦੀ ਨਹੀਂ ਮਿਲ ਰਹੀ ਕੀ ਹੋ ਰਿਹਾ, ਕਿਉਂਕਿ ਬਹੁਤ ਸਾਰੇ ਮੋਬਾਈਲਾਂ ਦਾ ਨੈਟਵਰਕ ਬੰਦ ਹੈ, BSNL ਦਾ ਨੈਟਵਰਕ ਵੀ ਖਾਸ ਕਰਕੇ ਬੰਦ ਹੈ ਔਰ ਬਹੁਤ ਸਾਰੇ ਜਿਹੜਾ ਹੈ ਚਾਰਜ ਨਾ ਹੋਣ ਕਰਕੇ ਮੋਬਾਈਲ ਜਿਹੜੇ ਪਿੰਡਾਂ ਤੋਂ ਆਏ ਹਨ ਉਹਨਾਂ ਦਾ ਆਪਦਾ ਕੰਟੈਕਟ ਵੀ ਟੁੱਟ ਚੁੱਕਿਆ ਹੈ। ਸੋ ਥਾਂ ਤੇ ਇੱਥੇ ਇੰਟਰਵਿਊਆਂ ਦਾ ਮਾਹੌਲ ਚੱਲ ਰਿਹਾ ਹੈ ਔਰ ਆ ਤੁਸੀਂ ਵੇਖ ਸਕਦੇ ਹੋ ਕਿਸ ਤਰ੍ਹਾਂ ਕਿਸਾਨਾਂ ਬਾਰੇ ਇੱਥੋਂ ਦੇ ਬੁੱਧੀਜੀਵੀ ਪੜ੍ਹੇ ਲਿਖੇ ਲੋਕ ਜਾਣਨਾ ਚਾਹੁੰਦੇ ਨੇ। ਸੋ ਇਸੇ ਤਰ੍ਹਾਂ ਵੱਖ-ਵੱਖ ਸੰਸਥਾਵਾਂ ਵੱਲੋਂ ਤਾਂ ਹੋਰ ਵੀ ਸੰਸਥਾਵਾਂ ਗਰਾਊਂਡ ਵੱਡਾ ਹੋਣ ਕਰਕੇ ਅਸੀਂ ਵਿਖਾ ਨਹੀਂ ਸਕਦੇ, ਦੂਰ ਤੱਕ ਜਿਹੜਾ ਲੋਕ ਇੱਥੋਂ ਸਹਾਇਤਾ ਲਈ ਆ ਰਹੇ ਹਨ। ਸੋ ਇਸ ਕਰਕੇ ਬੜਾ ਵਿਲੱਖਣ ਕਿਸਮ ਦਾ ਜੋ ਇਹ ਅੰਦੋਲਨ ਚੱਲਿਆ ਹੈ ਜਿਸ ਦੇ ਵਿੱਚ ਸਾਡੇ ਲੋਕ ਇਹ ਪਹਿਲਾਂ ਨਹੀਂ ਜਾਣ ਸਕੇ, ਨਾ ਹੀ ਸਰਕਾਰ ਨੂੰ ਕੋਈ ਅੰਦਾਜ਼ਾ ਸੀ ਵੀ ਇਸ ਤਰ੍ਹਾਂ ਕਰਕੇ ਲੋਕ ਇਸ ਅੰਦੋਲਨ ਦੇ ਵਿੱਚ ਆ ਜਾਣਗੇ ਤੇ ਅੰਦੋਲਨ ਇੱਕ ਮੇਲੇ ਦਾ ਰੂਪ ਧਾਰ ਜਾਵੇਗਾ ਔਰ ਇਹ ਰੰਗਾਂ ਨਾਲ ਭਰਿਆ ਜਾਵੇਗਾ। ਦੇਸ਼ ਦੇ ਸਾਰੇ ਸਟੇਟਾਂ ਦੇ ਲੋਕ ਇੱਥੇ ਆਉਣਗੇ, ਵੱਖ-ਵੱਖ ਰਾਜਾਂ ਤੋਂ ਲੋਕ ਇੱਥੇ ਆਉਣਗੇ ਤੇ ਉਹ ਇਸ ਪੰਜਾਬ ਵਿੱਚੋਂ ਜੋ ਆਵਾਜ਼ ਨਿਕਲੀ ਸੀ ਇਸ ਅੰਦੋਲਨ ਦੀ ਵੀ ਕਿਸਾਨ ਦੇਸ਼ ਦਾ ਅੰਨਦਾਤਾ ਹੈ, ਇਸ ਨੂੰ ਤੁਸੀਂ ਭੁੱਖਿਆ ਨਹੀਂ ਮਾਰ ਸਕਦੇ, ਇਸ ਦੇ ਖਿਲਾਫ ਤੁਸੀਂ ਕਾਨੂੰਨ ਨਹੀਂ ਬਣਾ ਸਕਦੇ, ਉਵੇਂ ਹੀ ਵਾਪਰਿਆ। ਪੰਜਾਬ ਦੀ ਆਵਾਜ਼ ਨੂੰ ਸਾਰੇ ਦੇਸ਼ ਨੇ ਸੁਣਿਆ। ਇਸ ਕਰਕੇ ਅੱਜ ਪ੍ਰੈਸ ਦਾ ਬਹੁਤ ਵੱਡਾ ਹਿੱਸਾ ਜਿੱਥੇ ਅਸੀਂ ਦੇਖਦੇ ਹਾਂ ਕਿ ਨੈਸ਼ਨਲ ਪ੍ਰੈਸ ਤੇ ਜਿਸ ਨੂੰ ਅਸੀਂ ਮੋਦੀ ਦਾ ਮੀਡੀਆ ਕਹਿ ਰਹੇ ਹਾਂ ਉਸ ਵੱਲੋਂ ਨਹੀਂ ਦਿਖਾਇਆ ਜਾ ਰਿਹਾ, ਪਰ ਸੋਸ਼ਲ ਮੀਡੀਆ ਤੇ ਅੱਜ ਇਹ ਮੁੱਦਾ ਛਾਇਆ ਹੋਇਆ ਹੈ। ਦਿੱਲੀ ਦੀਆਂ ਸੜਕਾਂ ਤੇ ਮੁੱਦਾ ਛਾਇਆ ਹੋਇਆ ਹੈ, ਦਿੱਲੀ ਦੇ ਗਰਾਊਂਡਾਂ ਵਿੱਚ ਮੁੱਦਾ ਛਾਇਆ ਹੋਇਆ ਹੈ, ਦਿੱਲੀ ਦੀਆਂ ਸੋਸ਼ਲ ਸਾਈਟਾਂ ਤੇ ਮੁੱਦਾ ਛਾਇਆ ਹੋਇਆ ਹੈ। ਤੁਸੀਂ ਵੇਖੋ ਵੀ ਕਿਵੇਂ ਬਹੁਤ ਸਾਰੇ ਲੋਕ ਇੱਥੇ ਸੈਂਕੜੇ ਕਾਰਾਂ ਤੇ ਕਿਸਾਨਾਂ ਨੂੰ ਮਿਲਣ ਲਈ ਦੇਖਣ ਲਈ ਇਸ ਲਹਿਰ ਨੂੰ ਦੇਖਣ ਲਈ ਆ ਰਹੇ ਨੇ। ਸੋ ਇਸ ਕਰਕੇ ਅੱਜ ਜਿਹੜਾ ਹੁਣ ਤੱਕ ਲੱਗ ਰਿਹਾ ਹੈ ਫੈਸਲੇ ਤੋਂ, ਕਿਉਂਕਿ ਇੱਥੋਂ ਕੋਈ ਸਿੱਧਾ ਸੰਪਰਕ ਨਹੀਂ ਹੋ ਰਿਹਾ। ਰੋਹਤਕ ਇੱਥੋਂ ਜੋ ਰੋਹਤਕ ਦੀ ਰੋਡ ਹੈ ਜਿਹੜਾ ਨੈਸ਼ਨਲ ਹਾਈਵੇ ਹੈ 10 ਉਹ ਇੱਥੋਂ 40 ਕਿਲੋਮੀਟਰ ਦੂਰ ਹੈ। ਇਸ ਕਰਕੇ ਇੱਥੋਂ ਦਾ ਇੱਥੇ ਪਹੁੰਚਣ ਦੇ ਲਈ ਸਾਨੂੰ 2-2.5 ਘੰਟੇ ਦਾ ਸਮਾਂ ਲੱਗਦਾ ਹੈ, 2-2.5 ਘੰਟੇ ਦਾ ਜੇ ਸਮਾਂ ਲੱਗਦਾ ਹੈ। ਤਾਂ ਇਸ ਕਰਕੇ ਇਹ ਨਿਸ਼ਚਿਤ ਹੈ ਕਿ ਜੋ ਲੋਕ ਅੰਬਾਲਾ ਸਾਈਡ ਤੋਂ ਆਏ ਹਨ
ਉਹਨਾਂ ਦਾ ਸੰਪਰਕ ਜੋ ਹਿਸਾਰ ਸਰਸਾ ਰੋਡ ਤੇ ਹਨ ਉਹਨਾਂ ਨਾਲ ਨਹੀਂ ਹੋ ਸਕਦਾ। ਔਰ ਜੋ ਹਿਸਾਰ ਸਰਸਾ ਰੋਡ ਤੇ ਹਨ ਉਹ ਵੀ 25-30 ਕਿਲੋਮੀਟਰ ਲੰਮੀਆਂ ਟਰਾਲੀਆਂ ਦੀ ਅੱਜ ਲਾਈਨ ਸੀ, ਜਿਹਦੇ ਵਿੱਚ ਜੋ ਪਿਛਲੀਆਂ ਟਰਾਲੀਆਂ ਵਾਲੇ ਲੋਕ ਆ ਉਹ ਅਗਲੀਆਂ ਨਹੀਂ ਮਿਲ ਸਕਦੇ। ਅੱਜ ਵੀ ਇੱਥੇ ਇੱਕ ਬਹੁਤ ਵੱਡੀ ਪ੍ਰੋਬਲਮ ਆਈ ਕਿ ਜਿਹੜੇ ਕਿਸਾਨ ਇੱਥੇ ਆ ਗਏ ਕੁਛ ਟਰਾਲੀਆਂ ਦੇ ਵਿੱਚ, ਕਈਆਂ ਦਾ ਸਮਾਨ ਦੂਜੀਆਂ ਟਰਾਲੀਆਂ 'ਚ ਰਹਿ ਗਿਆ ਤੇ ਬਹੁਤ ਸਾਰਿਆਂ ਦਾ ਰਾਸ਼ਨ ਪਾਣੀ ਅਗਲੀ ਟਰਾਲੀ ਸੀ, ਪਰ ਟਰਾਲੀਆਂ ਜਦੋਂ ਨਿਕਲ ਗਈਆਂ ਤੇ ਕਈ ਕਿਸਾਨਾਂ ਦੇ ਅਸੀਂ ਦੇਖਿਆ ਹੈ ਕਿ ਬਿਸਤਰੇ ਤੇ ਕੰਬਲ ਦੂਸਰੀ ਟਰਾਲੀ ਵਿੱਚ ਰਹਿ ਗਏ। ਪਰ ਕਿਸਾਨ ਇੱਕ ਦੂਸਰੇ ਦਾ ਸਹਿਯੋਗ ਕਰ ਰਹੇ ਹਨ, ਇਸੇ ਸਹਿਯੋਗ ਸਦਕਾ ਇਹ ਅੰਦੋਲਨ ਚੱਲ ਰਿਹਾ ਹੈ। ਸੋ ਇਸ ਸਮੇਂ ਸਾਰੇ ਕਿਸਾਨਾਂ ਵਿੱਚ ਆਸ਼ਾ ਹੈ, ਕਿਸੇ 'ਚ ਕੋਈ ਨਿਰਾਸ਼ਾ ਨਹੀਂ। ਅਸੀਂ ਆਪਣੇ ਇਲਾਕੇ ਨੂੰ ਦਿਖਾ ਰਹੇ ਹਾਂ। ਦਿੱਲੀ ਦੇ ਵਿੱਚ ਜੋ ਲੋਕ ਪਹੁੰਚੇ ਹੋਏ ਨੇ ਤਾਂ ਇਹ ਬਿਲਕੁਲ ਬਹਾਦਰ ਲੋਕ ਨੇ, ਜਿਨ੍ਹਾਂ ਨੇ ਰੋਟੀ ਪਾਣੀ ਦਾ ਪ੍ਰਬੰਧ ਆਪ ਕੀਤਾ ਹੈ, ਕੰਬਲ ਬਿਸਤਰੇ ਗੱਦੇ। ਤਾਂ ਮਾਹੌਲ ਇੱਕ ਵੱਖਰੀ ਕਿਸਮ ਦਾ ਮਾਹੌਲ, ਇੱਕ ਕ੍ਰਾਂਤੀਕਾਰੀ ਮਾਹੌਲ, ਇੱਕ ਤਬਦੀਲੀ ਦਾ ਮਾਹੌਲ ਇਸ ਥਾਂ ਤੇ ਬਣਿਆ ਹੈ। ਬੇਸ਼ੱਕ ਸੈਂਕੜੇ ਟਰਾਲੀਆਂ, ਹਜ਼ਾਰਾਂ ਟਰਾਲੀਆਂ ਪਿੱਛੇ ਸੜਕਾਂ ਤੇ ਖੜੀਆਂ ਹਨ ਔਰ ਸੜਕਾਂ ਦੇ ਹਾਲਾਤ ਵੀ ਸਵੇਰੇ ਮੈਂ ਵਿਖਾਏ ਸਨ। ਸੜਕਾਂ ਦੇ ਹਾਲਾਤ ਵੀ ਇਸੇ ਤਰ੍ਹਾਂ ਸੀ ਕਿ ਉੱਥੇ ਵੀ ਕਿਸਾਨ ਚੜ੍ਹਦੀ ਕਲਾ ਵਿੱਚ ਹਨ, ਬਿਲਕੁਲ ਪੂਰੇ ਉਤਸ਼ਾਹ ਵਿੱਚ ਹਨ। ਤਾਂ ਦੇਖੋ ਕਿਸ ਤਰ੍ਹਾਂ ਕਿਸਾਨ ਜੋ ਬਹੁਤ ਸਾਰੇ ਕੁਛ ਗਦੇਲੇ ਟਰਾਲੀਆਂ ਹੇਠਾਂ ਰੱਖ ਲੈਂਦੇ ਹਨ ਔਰ ਕੁਛ ਟਰਾਲੀਆਂ ਦੇ ਵਿੱਚ ਸੌ ਜਾਂਦੇ ਹਨ, ਕੁਛ ਆਪਣਾ ਖਾਣਾ ਆਪ ਬਣਾ ਰਹੇ ਹਨ ਔਰ ਕੁਛ ਖਾਣਾ ਜੋ ਕਿਤੋਂ ਬਾਹਰੋਂ ਜੋ ਪ੍ਰਬੰਧ ਕੀਤੇ ਗਏ ਹਨ ਉਹ ਵੀ ਖਾ ਰਹੇ ਹਨ। ਸੋ ਅਜਿਹਾ ਮਾਹੌਲ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਲੋਕਾਂ ਨੇ, ਅਸੀਂ ਵੀ ਪਹਿਲੀ ਵਾਰ ਦੇਖਿਆ ਹੈ ਕਿ ਅੰਦੋਲਨ ਇਸ ਤਰ੍ਹਾਂ ਦੇ ਵੀ ਹੁੰਦੇ ਹਨ। ਔਰ ਅੱਜ ਦਿੱਲੀ ਦੇ ਲੋਕਾਂ ਨੂੰ, ਦਿੱਲੀ ਦੇ ਸੋਸ਼ਲ ਮੀਡੀਆ ਨੂੰ, ਦਿੱਲੀ ਦੀ ਪ੍ਰੈਸ ਨੂੰ ਪਤਾ ਲੱਗਾ ਵੀ ਕਿਸ ਤਰ੍ਹਾਂ ਕਿਸਾਨ ਇੱਕ ਅੰਦੋਲਨ ਕਰ ਰਹੇ ਹਨ। ਸੋ ਮੈਂ ਤੁਹਾਨੂੰ ਵਿਖਾਵਾਂਗਾ ਵੀ ਕਿਸ ਤਰ੍ਹਾਂ ਇੱਥੇ ਵੱਖ-ਵੱਖ ਇੰਟਰਵਿਊਆਂ ਚੱਲ ਰਹੀਆਂ ਹਨ। ਤਾਂ ਇੱਕ ਇੰਟਰਵਿਊ ਹੋਰ ਚੱਲ ਰਹੀ ਹੈ ਜੋ ਮੈਂ ਤੁਹਾਨੂੰ ਕੋਸ਼ਿਸ਼ ਕਰਾਂਗਾ ਨੇੜੇ ਹੋ ਕੇ ਵਿਖਾਵਾਂ। जिद है कि सरकार अड़ी हुई है कि किसानों का जो अन्नदाता है पंजाब हरियाणा पूरे हिंदुस्तान का है, जो हिंदुस्तान की गवर्नमेंट और हुकूमत है उसको ये समझना चाहिए जो काला कानून किसानों के ऊपर थोप दिया है उसको जितनी जल्दी हो सके इनको हटाना चाहिए। और नहीं तो पूरे हिंदुस्तान भारत के किसान जो है ऐसा आंदोलन करेंगे और इसका नुकसान सारे हिंदुस्तान की। ਤੁਸੀਂ ਦੇਖ ਸਕਦੇ ਹੋ ਕਿ ਵੱਖ-ਵੱਖ ਗਰੁੱਪਾਂ ਨੂੰ, ਵੱਖ-ਵੱਖ 2-2 4-4 ਟਰਾਲੀਆਂ ਦੇ ਗਰੁੱਪਾਂ ਨੂੰ, ਹਰ ਕਿਸਾਨ ਲੀਡਰਾਂ ਨੂੰ ਲੋਕ ਮਿਲਣ ਲਈ ਕਾਹਲੇ ਹਨ ਅਤੇ ਜਾਣਨਾ ਚਾਹੁੰਦੇ ਹਨ ਵੀ ਇਸ ਤਰ੍ਹਾਂ ਪੰਜਾਬ ਦੇ ਲੋਕ, ਹਰਿਆਣੇ ਦੇ ਲੋਕ ਅਤੇ ਵੱਖ-ਵੱਖ ਰਾਜਾਂ ਦੇ ਲੋਕ ਕਿਸ ਤਰ੍ਹਾਂ ਦੀ ਲੜਾਈ ਲੜ ਰਹੇ ਹਨ। ਸੋ ਇਸ ਲੜਾਈ ਨੂੰ ਜਾਣਨ ਬਾਰੇ, ਇਹਨਾਂ ਕਾਨੂੰਨਾਂ ਨੂੰ ਜਾਣਨ ਬਾਰੇ ਮੀਡੀਆ ਦੇ ਅਸੀਂ ਦੇਖਿਆ ਹੈ ਕਿ ਇੱਥੇ ਸੈਂਕੜੇ ਲੋਕ ਅੱਜ ਇੰਟਰਵਿਊਆਂ ਲਈ ਆਏ। ਮੇਰੇ ਖਿਆਲ ਵਿੱਚ ਬਹੁਤ ਸਾਰੇ ਟਰੈਕਟਰਾਂ ਦੇ ਵਿੱਚ ਜੋ ਬੈਠੇ ਹੋਏ ਸਨ ਲੋਕ, ਉਹਨਾਂ ਨੂੰ ਪੁੱਛਿਆ ਗਿਆ, ਜਿਹੜੇ ਬਾਹਰ ਤੋਂ ਆਏ ਸਨ, ਦੂਜੇ ਸਟੇਟਾਂ ਤੋਂ ਆਏ ਸਨ, ਉਹਨਾਂ ਨੂੰ ਪੁੱਛਿਆ ਗਿਆ, ਰਾਜਸਥਾਨ, ਯੂਪੀ, ਬਿਹਾਰ ਦੇ ਲੋਕਾਂ ਨੂੰ ਪੁੱਛਿਆ ਗਿਆ ਵੀ ਕੀ ਕਾਰਨ ਹੈ ਕਿ ਅੱਜ ਦਿੱਲੀ ਦੀਆਂ ਸੜਕਾਂ ਟਰੈਕਟਰਾਂ ਨਾਲ ਭਰੀਆਂ ਪਈਆਂ ਹਨ। ਕੀ ਕਾਰਨ ਹੈ ਕਿ ਅੱਜ ਸੋਸ਼ਲ ਮੀਡੀਆ ਤੇ ਔਰ ਬਹੁਤ ਸਾਰੇ ਚੈਨਲਾਂ ਤੇ ਕਿਸਾਨਾਂ ਦੀਆਂ ਮੰਗਾਂ ਬਾਰੇ ਚੱਲ ਰਿਹਾ ਹੈ। ਸੋ ਇਸ ਸਮੇਂ ਤਾਂ ਇਹ ਜ਼ਰੂਰੀ ਹੈ ਕਿ ਸਾਡੇ ਇਲਾਕੇ ਦੇ ਲੋਕ ਵੀ ਜਾਣ ਸਕਣ ਵੀ ਕਿਸ ਤਰ੍ਹਾਂ ਅੱਜ ਹਿੰਦੁਸਤਾਨ ਭਰ ਦੇ ਵਿੱਚ ਇਸ ਅੰਦੋਲਨ ਨੇ, ਪੰਜਾਬ 'ਚੋਂ ਨਿਕਲੀ ਆਵਾਜ਼ ਨੇ ਸਾਰੇ ਲੋਕਾਂ ਨੂੰ ਜਗਾ ਦਿੱਤਾ ਔਰ ਬੜੀ ਇੱਕ ਹੈਰਾਨੀਜਨਕ ਢੰਗ ਨਾਲ ਸਾਰੇ ਦੇਸ਼ ਦੇ ਵਿੱਚ ਲੋਕਾਂ ਨੇ, ਦਿੱਲੀ ਵਿੱਚ ਜਦੋਂ ਪੰਜਾਬ ਦੇ ਲੋਕਾਂ ਸੱਦਾ ਦਿੱਤਾ ਤਾਂ ਲੋਕ ਵੱਧਦੇ ਗਏ, ਕਾਫਲਾ ਵੱਧਦਾ ਗਿਆ। ਤਾਂ ਜੋ ਲੋਕ ਇਕੱਲੇ ਚੱਲੇ ਸਨ ਉਹਨਾਂ ਨਾਲ ਲੋਕ ਮਿਲਦੇ ਗਏ, ਹਰਿਆਣੇ 'ਚ ਵੀ ਲੋਕ ਮਿਲਦੇ ਗਏ। ਅੱਜ ਵੀ ਹਰਿਆਣੇ ਦੇ ਲੋਕ ਵੀ ਬਹੁਤ ਸਾਰਾ ਲੰਗਰ ਲੈ ਕੇ ਸੜਕਾਂ ਤੇ ਸ਼ਹਿਰਾਂ ਵਿੱਚ ਆਏ, ਪੰਜਾਬ ਦੇ ਕਿਸਾਨਾਂ ਦਾ ਹਾਲ ਚਾਲ ਪੁੱਛਣ ਲਈ ਆਏ। ਤਾਂ ਉੱਥੋਂ ਸਬਜ਼ੀਆਂ, ਫਲ, ਦੁੱਧ ਤੇ ਹੋਰ ਪ੍ਰਬੰਧ ਕਰਕੇ ਪਹੁੰਚ ਰਹੇ ਹਨ। ਸੋ ਇਹ ਵੇਖੋ ਨੌਜਵਾਨਾਂ ਦਾ ਉਤਸ਼ਾਹ ਵੇਖੋ ਕਿਸ ਤਰ੍ਹਾਂ ਕਰਕੇ ਉਹ ਆਪਣਾ ਪ੍ਰਬੰਧ ਸਭ ਕਰਕੇ ਆਏ ਹਨ। ਸੋ ਇਸ ਸਮੇਂ ਤੇ ਕਿੰਨਾ ਜ਼ਰੂਰੀ ਹੈ ਕਿ ਕਿਸ ਤਰ੍ਹਾਂ ਵੱਖ-ਵੱਖ ਤਰ੍ਹਾਂ ਦੇ ਲੋਕ, ਦੇਸ਼ ਦੇ ਪਿੰਡ-ਪਿੰਡ ਥਾਵਾਂ ਤੋਂ ਪਹੁੰਚੇ ਲੋਕ, ਜਿਸ ਤਰ੍ਹਾਂ ਸਾਡਾ ਤਿਰੰਗਾ ਝੰਡਾ ਹੈ, ਵੱਖ-ਵੱਖ ਰੰਗਾਂ ਦਾ ਦੇਸ਼ ਹੈ, ਉਸੇ ਤਰ੍ਹਾਂ ਜਿਸ ਤਰ੍ਹਾਂ ਅਸੀਂ ਪਹਿਲਾਂ ਸ਼ਹੀਨ ਬਾਗ ਨੂੰ ਦੇਖਦੇ ਸਾਂ, ਉਸੇ ਤਰ੍ਹਾਂ ਹੀ ਅੱਜ ਸਾਰੇ ਦਿੱਲੀ ਦੇ ਵਿੱਚ ਕਿਸਾਨ ਛਾਏ ਹੋਏ ਹਨ, ਜਿਸ ਵਿੱਚ ਸਭ ਤੋਂ ਜ਼ਿਆਦਾ ਪੰਜਾਬ ਦੇ ਕਿਸਾਨ ਅੱਗੇ ਹਨ। ਸੋ ਸਾਰੇ
ਜਾਣਕਾਰੀ ਲੈਂਦੇ ਰਹੋ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।